ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਅਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, +2 ਪੋਲੀਟੀਕਲ ਸਾਇੰਸ ਸੈਕੰਡ ਟਰਮ ਐਗਜ਼ਾਮ ਲਈ ਫਾਈਨਲ ਰੀਡਿੰਗ ਦੂਜੀ ਫਾਈਨਲ ਰੀਡਿੰਗ ਹੈ। ਔਰ ਕੁਝ ਚੈਪਟਰ ਪਹਿਲਾਂ ਇਹ ਭਾਗ ਦੀ ਗੱਲ ਕੀਤੀ ਸੀ। ਅੱਜ ਇਸ ਫਾਈਨਲ ਰੀਡਿੰਗ 2 ਵਿੱਚ ਆਪਾਂ 20 ਭਾਗ ਦੇ ਉਹ ਲੈਸਨ ਜਿਹੜੇ ਸੈਕੰਡ ਟਰਮ ਐਗਜ਼ਾਮ ਵਿੱਚ ਨੇ ਉਹਨਾਂ ਬਾਰੇ ਗੱਲ ਕਰਾਂਗੇ। ਸੋ ਲੈਟ ਅਸ ਮੂਵ। ਅਤੇ ਇਹ ਇੱਕ ਓਵਰਵਿਊ ਹੈ, ਸੈਕੰਡ ਰਿਵੀਜ਼ਨ ਹੈ ਅਤੇ ਇਹਨੂੰ ਆਰਾਮ ਨਾਲ ਤੁਸੀਂ ਦੇਖੋਗੇ ਅਤੇ ਬਹੁਤ ਜ਼ਿਆਦਾ ਤੁਹਾਡੇ ਜਿਹੜੇ ਪ੍ਰਸ਼ਨ ਨੇ ਉਹ ਸਾਲਵ ਹੋਣਗੇ। ਸੋ ਲੈਟ ਅਸ ਸੀ, ਆਓ ਦੇਖੀਏ ਆਪਾਂ ਕੀ ਨੇ ਕੌਨਸੈਪਟ। +2 ਪੋਲੀਟੀਕਲ ਸਾਇੰਸ ਸੈਕੰਡ ਟਰਮ ਐਗਜ਼ਾਮ ਫਾਈਨਲ ਰੀਡਿੰਗ 2 20 ਭਾਗ ਦੇ ਜਿਹੜੇ ਟੌਪਿਕਸ ਨੇ ਉਹ ਕਵਰ ਕੀਤੇ ਗਏ ਨੇ। ਰਾਸ਼ਟਰੀ ਏਕੀਕਰਨ ਇੱਕ ਅਜਿਹੀ ਮਨੋਵਿਗਿਆਨਕ ਪ੍ਰਕਿਰਿਆ ਹੈ ਜਿਸ ਰਾਹੀਂ ਲੋਕਾਂ ਵਿੱਚ ਏਕਤਾ, ਆਪਸੀ ਪਿਆਰ, ਨਾਗਰਿਕਤਾ ਦੀ ਸ਼ਕਤੀ, ਨਿਸ਼ਠਾ ਭਾਵਨਾ ਵਿਕਸਿਤ ਹੁੰਦੀ ਹੈ। ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਂਦੀਆਂ ਹਨ, ਜਿਸ ਵਿੱਚ ਖੇਤਰਵਾਦ, ਜਾਤੀਵਾਦ, ਸੰਪਰਦਾਇਕਤਾ, ਬੇਰੁਜ਼ਗਾਰੀ, ਆਤੰਕਵਾਦ ਆਦਿ ਪ੍ਰਮੁੱਖ ਹਨ। ਰੁਜ਼ਗਾਰੀ ਥਾਂ ਬੇਰੁਜ਼ਗਾਰੀ ਪੜ੍ਹਿਆ ਜਾਏ। ਧਰਤੀ ਦੇ ਬੇਟਿਆਂ ਦਾ ਸਿਧਾਂਤ ਸਨਜ਼ ਆਫ ਦਾ ਸੋਇਲ ਇਸ ਗੱਲ ਵਿੱਚ ਭਰੋਸਾ ਰੱਖਦਾ ਹੈ ਕਿ ਆਪਣੇ ਹੀ ਰਾਜ ਦੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵਿੱਚ ਪਹਿਲ ਮਿਲਣੀ ਚਾਹੀਦੀ ਹੈ। ਮਹਾਰਾਸ਼ਟਰ ਅਤੇ ਅਸਾਮ ਰਾਜਾਂ ਵਿੱਚ ਅਜਿਹੀ ਮੰਗਾਂ ਉੱਠਦੀਆਂ ਨੇ ਜਿਹੜੀਆਂ ਕਿ ਰਾਸ਼ਟਰੀ ਏਕੀਕਰਨ ਦੇ ਵਿਰੁੱਧ ਹੈ। ਯਾਨੀ ਸਨਜ਼ ਆਫ ਦਾ ਸੋਇਲ ਮੂਵਮੈਂਟਸ ਜਿਹੜੀਆਂ ਨੇ ਇਹ ਰਾਸ਼ਟਰੀ ਏਕੀਕਰਨ ਦੇ ਹੱਕ ਵਿੱਚ ਨਹੀਂ ਹੈਗੇ। ਰਾਸ਼ਟਰੀ ਏਕੀਕਰਨ ਸੰਮੇਲਨ 1961 ਵਿੱਚ ਬੁਲਾਇਆ ਗਿਆ ਸੀ, ਜਿਸ ਵਿੱਚ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਅਤੇ ਹੋਰ ਨੇਤਾਵਾਂ ਨੇ ਭਾਗ ਲਿਆ। ਇਸ ਸੰਮੇਲਨ ਵਿੱਚ ਹੀ ਰਾਸ਼ਟਰੀ ਏਕੀਕਰਨ ਪ੍ਰੀਸ਼ਦ ਨੈਸ਼ਨਲ ਇੰਟੈਗ੍ਰੇਸ਼ਨ ਕੌਂਸਲ ਦਾ ਨਿਰਮਾਣ ਕੀਤਾ ਗਿਆ। ਇਸ ਦੀ ਅਗਵਾਈ ਪੰਡਿਤ ਜਵਾਹਰ ਲਾਲ ਨਹਿਰੂ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਕੀਤੀ ਸੀ। ਇਨਸਾਨੀ ਬਰਾਦਰੀ ਨਾਂ ਦੀ ਗੈਰ ਸਰਕਾਰੀ ਸੰਸਥਾ ਵੀ ਉਸ ਵੇਲੇ ਬਣੀ ਸੀ, ਜਿਹਦਾ ਖਾਨ ਅਬਦੁਲ ਗਫਾਰ ਖਾਨ ਦੀ ਪ੍ਰੇਰਨਾ ਨਾਲ ਬਣੀ, ਜੋ ਜੈ ਪ੍ਰਕਾਸ਼ ਨਾਰਾਇਣ ਇਹਦੇ ਪ੍ਰਧਾਨ ਬਣੇ ਅਤੇ ਸ਼ੇਖ ਅਬਦੁੱਲਾ ਇਸ ਦੇ ਉਪ ਪ੍ਰਧਾਨ ਬਣੇ। ਸੰਪਰਦਾਇਕਤਾ ਨੂੰ ਖਤਮ ਕਰਨ ਲਈ ਸਹਿਣਸ਼ੀਲਤਾ, ਆਪਸੀ ਸਮਝ ਅਤੇ ਸਰਾਹਨਾ ਇਸ ਦੇ ਮੂਲ ਮੰਤਰ ਸਨ। ਸੋ ਇਹ ਸੀਗੇ ਰਾਸ਼ਟਰੀ ਏਕੀਕਰਨ ਨਾਲ ਸੰਬੰਧਿਤ ਨੋਟਸ। ਨੈਕਸਟ ਆਪਾਂ ਦੇਖਾਂਗੇ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਨਿਰਧਾਰਕ ਤੱਤ ਅਤੇ ਬੁਨਿਆਦੀ ਸਿਧਾਂਤ। ਵਿਦੇਸ਼ ਨੀਤੀ ਉਹਨਾਂ ਸਿਧਾਂਤਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਇੱਕ ਰਾਜ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਦੂਜੇ ਰਾਜਾਂ ਨਾਲ ਸੰਬੰਧ ਬਣਾਉਂਦਾ ਹੈ। ਭਾਰਤ ਦੀ ਵਿਦੇਸ਼ ਨੀਤੀ ਦਾ ਜ਼ਿਕਰ ਭਾਰਤ ਦੇ ਸੰਵਿਧਾਨ ਦੇ ਚੌਥੇ ਭਾਗ ਵਿੱਚ ਧਾਰਾ 51 ਵਿੱਚ ਹੈ। ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਨਿਰਮਾਤਾ ਸਨ। ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਸਿਧਾਂਤ ਇਹ ਹਨ: ਗੁੱਟ ਨਿਰਲੇਪਤਾ, ਪੰਚਸ਼ੀਲ, ਸਾਮਰਾਜਵਾਦ ਦਾ ਵਿਰੋਧ, ਨਿਸ਼ਸਤਰੀਕਰਨ, ਰੰਗ ਭੇਦ ਦੀ ਨੀਤੀ ਦਾ ਵਿਰੋਧ ਹੈ। ਵਿਦੇਸ਼ ਨੀਤੀ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਤੱਤ ਭੂਗੋਲਿਕ ਤੱਤ ਹੈ, ਇਤਿਹਾਸਕ ਤੱਤ ਅਤੇ ਰਾਸ਼ਟਰੀ ਹਿੱਤ ਅਤੇ ਸੁਤੰਤਰਤਾ ਅੰਦੋਲਨ ਹਨ। ਭਾਰਤ ਦੀ ਪਰਮਾਣੂ ਨੀਤੀ ਇਹ ਹੈ ਕਿ ਭਾਰਤ ਸ਼ਕਤੀ ਦਾ ਪ੍ਰਯੋਗ ਯਾਨੀ ਪਰਮਾਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਉਦੇਸ਼ਾਂ ਲਈ ਕਰਨਾ ਚਾਹੁੰਦਾ ਹੈ। ਭਾਰਤ ਨੇ ਪਰਮਾਣੂ ਸ਼ਕਤੀ ਦਾ ਵਿਕਾਸ ਕੀਤਾ ਹੈ। ਭਾਰਤ ਨੇ ਆਪਣੀ ਪਰਮਾਣੂ ਸ਼ਕਤੀ ਦਾ ਪ੍ਰਦਰਸ਼ਨ ਲਈ 1974 ਅਤੇ 1998 ਵਿੱਚ ਪਰਮਾਣੂ ਟੈਸਟ ਵੀ ਕੀਤੇ ਹਨ। ਭਾਰਤ ਆਤੰਕਵਾਦ ਵਿਰੋਧੀ ਦੇਸ਼ ਹੈ। ਭਾਰਤ ਅੰਤਰਰਾਸ਼ਟਰੀ ਪੱਧਰ 'ਤੇ ਆਤੰਕਵਾਦ ਵਿਰੁੱਧ ਇਕਜੁੱਟ ਹੋ ਕੇ ਲੜਨਾ ਚਾਹੁੰਦਾ ਹੈ। ਅਗਲਾ ਟੌਪਿਕ ਹੈਗਾ ਭਾਰਤ ਅਤੇ ਸੰਯੁਕਤ ਰਾਸ਼ਟਰ, ਇੰਡੀਆ ਐਂਡ ਯੂਨਾਈਟਿਡ ਨੇਸ਼ਨ। ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ। ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨ ਲਈ ਇਹ ਸੰਸਥਾ ਬਣਾਈ ਗਈ। ਇਸ ਦਾ ਮੁੱਖ ਦਫ਼ਤਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਹੈ। ਭਾਰਤ ਇਹਦਾ ਮੁੱਢਲਾ ਮੈਂਬਰ ਹੈ ਅਤੇ ਉਸ ਵੇਲੇ ਇਸ ਦੇ 51 ਮੈਂਬਰ ਸਨ। There were 51 members of United Nations when it came into being. ਸੰਯੁਕਤ ਰਾਸ਼ਟਰ ਦੇ ਮੁੱਖ ਅੰਗਾਂ ਦੇ ਵਿੱਚ ਮਹਾਸਭਾ, ਸੁਰੱਖਿਆ ਪ੍ਰੀਸ਼ਦ, ਆਰਥਿਕ ਅਤੇ ਸਮਾਜਿਕ ਪ੍ਰੀਸ਼ਦ, ਅਮਾਨਤੀ ਪ੍ਰੀਸ਼ਦ, ਅੰਤਰਰਾਸ਼ਟਰੀ ਨਿਆਂ ਅਦਾਲਤ ਅਤੇ ਸਕੱਤਰੇਤ ਹਨ। ਵਰਤਮਾਨ ਸਮੇਂ 'ਚ ਸੰਯੁਕਤ ਰਾਸ਼ਟਰ ਸੰਘ ਦੇ
ਸੰਯੁਕਤ ਰਾਸ਼ਟਰ ਦੇ 193 ਮੈਂਬਰ ਨੇ ਤੇ ਐਂਟੋਨੀਓ ਗੁਟਰੇਸ ਇਹਦੇ ਜਨਰਲ ਸਕੱਤਰ ਹਨ। ਸੁਰੱਖਿਆ ਪਰਿਸ਼ਦ ਦੇ 5 ਸਥਾਈ ਅਤੇ 10 ਅਸਥਾਈ ਮੈਂਬਰ ਹਨ। ਸਥਾਈ ਮੈਂਬਰ ਜਿਨ੍ਹਾਂ ਕੋਲ ਵੀਟੋ ਸ਼ਕਤੀ ਹੈ ਉਹੀ ਸਥਾਈ ਮੈਂਬਰ ਨੇ ਤੇ ਉਹੀ ਵੀਟੋ ਸ਼ਕਤੀ ਵਾਲੇ ਮੈਂਬਰ ਨੇ USA, UK, ਰੂਸ, ਫਰਾਂਸ ਅਤੇ ਚੀਨ। ਉਹ 5 ਦੇਸ਼ ਨੇ ਜਿਨ੍ਹਾਂ ਕੋਲ ਵੀਟੋ ਸ਼ਕਤੀ ਹੈ। ਇਹ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਨੇ। ਭਾਰਤ ਦੇ ਕਾਫੀ ਅਧਿਕਾਰੀ ਇਸ ਦੀਆਂ ਵੱਖ-ਵੱਖ ਏਜੰਸੀਆਂ ਦੇ ਵਿੱਚ ਜਾਂ ਅੰਗਾਂ ਦੇ ਵਿੱਚ ਕੰਮ ਕਰ ਚੁੱਕੇ ਨੇ, ਜਿਹਦੇ 'ਚ ਵਿਜੇ ਲక్ష్ਮੀ ਪੰਡਿਤ, ਡਾਕਟਰ ਰਾਧਾ ਕ੍ਰਿਸ਼ਨਨ, ਮੌਲਾਨਾ ਅਬੁਲ ਕਲਾਮ ਆਜ਼ਾਦ, ਰਾਜਕੁਮਾਰੀ ਅੰਮ੍ਰਿਤ ਕੌਰ, ਨਗੇਂਦਰ ਸਿੰਘ ਪ੍ਰਮੁੱਖ ਨੇ। ਸੰਯੁਕਤ ਰਾਸ਼ਟਰ ਦੀਆਂ ਮੁੱਖ ਏਜੰਸੀਆਂ ਵਿੱਚ ਯੂਨੈਸਕੋ ਹੈ, WHO ਹੈ, ਯੂਨੈਸਕੋ, WHO, ILO, FAO, IBRD ਹਨ। ਭਾਰਤ ਨੇ ਕੋਰੀਆ ਦੀ ਸਮੱਸਿਆ, ਹਿੰਦ ਚੀਨ ਸਮੱਸਿਆ, ਗਾਂਜਾ ਕਾਂਗੋ ਸਮੱਸਿਆ, ਸਵੇਜ਼ ਨਹਿਰ ਸਮੱਸਿਆ ਵਿੱਚ ਪ੍ਰਮੁੱਖ ਭੂਮਿਕਾ। ਇਹ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਭਾਰਤ ਨੇ ਸੰਯੁਕਤ ਰਾਸ਼ਟਰ ਸੰਘ ਨੂੰ ਸਹਿਯੋਗ ਦਿੱਤਾ ਤੇ ਪ੍ਰਮੁੱਖ ਭੂਮਿਕਾ ਨਿਭਾਈ। ਜਦੋਂ ਗੱਲ ਅਸੀਂ ਭਾਰਤ ਅਤੇ ਸਾਰਕ ਦੀ ਕਰਦੇ ਹਾਂ, ਸਾਰਕ ਦੀ ਫੁੱਲ ਫਾਰਮ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ। ਕਾਰਪੋਰੇਸ਼ਨ ਨਹੀਂ, ਕੋਆਪਰੇਸ਼ਨ ਹੈ, COO ਹੈ। ਓਕੇ। ਸਾਰਕ ਦਾ ਸਥਾਪਨਾ 1985 ਵਿੱਚ ਬੰਗਲਾਦੇਸ਼ ਦੇ ਸ਼ਹਿਰ ਢਾਕਾ ਵਿਖੇ ਕੀਤੀ ਗਈ। ਇਸ ਦਾ ਹੈੱਡਕੁਆਟਰ ਕਾਠਮੰਡੂ, ਨੇਪਾਲ ਵਿੱਚ ਹੈ। ਭਾਰਤ, ਪਾਕਿਸਤਾਨ, ਭੂਟਾਨ, ਨੇਪਾਲ, ਬੰਗਲਾਦੇਸ਼, ਮਾਲਦੀਵ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਇਸ ਦੇ ਮੈਂਬਰ ਨੇ। ਅਫਗਾਨਿਸਤਾਨ 2005 ਵਿੱਚ ਇਹਦਾ ਮੈਂਬਰ ਬਣਿਆ ਸੀ। ਸਾਫਟਾ, ਸਾਊਥ ਏਸ਼ੀਅਨ ਫ੍ਰੀ ਟਰੇਡ ਐਗਰੀਮੈਂਟ, ਇਸ ਅਧਿਐਨ ਦੱਖਣੀ ਏਸ਼ੀਆ ਵਿਸ਼ਵ ਵਿੱਚ ਸੁਤੰਤਰ ਜਿਹੜਾ ਵਪਾਰ ਹੈ ਉਹਦੇ ਆਦਾਨ ਪ੍ਰਦਾਨ ਵਾਸਤੇ ਬਣਿਆ ਸੀਗਾ ਸਾਫਟਾ ਜਿਹੜਾ ਵਾ। ਨੈਕਸਟ ਆਪਾਂ ਗੱਲ ਕਰੀਏ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧ। ਇਹ ਅਗਲਾ ਟੌਪਿਕ ਸੀਗਾ। ਭਾਰਤ ਪਾਕਿਸਤਾਨ ਵਿਚਾਲੇ ਬਾਰਡਰ ਨੂੰ ਰੈੱਡ ਕਲਿਫ ਲਾਈਨ, ਇਟ ਇਜ਼ ਕਾਲਡ ਰੈੱਡ ਕਲਿਫ ਲਾਈਨ, ਰੈੱਡ ਕਲਿਫ ਲਾਈਨ ਕਿਹਾ ਜਾਂਦਾ। ਕਸ਼ਮੀਰ ਸਮੱਸਿਆ ਭਾਰਤ ਅਤੇ ਪਾਕਿਸਤਾਨ ਵਿੱਚ ਪੁਆੜੇ ਦੀ ਜੜ੍ਹ ਹੈ, ਯਾਨੀ ਬੋਨ ਆਫ ਕੰਟੈਂਸ਼ਨ ਮੰਨੀ ਜਾਂਦੀ ਹੈ। ਕਸ਼ਮੀਰ ਦਾ ਲਗਭਗ ਤੀਜਾ ਹਿੱਸਾ ਪਾਕਿਸਤਾਨ 1948 ਤੋਂ ਕਬਜ਼ੇ ਵਿੱਚ ਲੈ ਚੁੱਕਾ ਵਾ, ਜਦੋਂ ਉਹਨੇ ਕਬਾਇਲੀ ਦੇ ਭੇਸ ਵਿੱਚ ਹਮਲਾ ਕਰ ਦਿੱਤਾ ਸੀ। ਇਸ ਕਬਜ਼ੇ ਵਾਲੇ ਕਸ਼ਮੀਰ 'ਤੇ ਹੀ ਜ਼ਿਆਦਾਤਰ ਅੱਤਵਾਦੀ ਭਾਰਤ ਵਿਚਲੇ ਕਸ਼ਮੀਰ ਵਿੱਚ ਹਮਲਾ ਕਰਦੇ ਹਨ। ਮੋਦੀ ਸਰਕਾਰ ਨੇ 2019 ਵਿੱਚ ਧਾਰਾ 370 ਖਤਮ ਕਰ ਦਿੱਤੀ ਸੀ, ਜਿਹੜੀ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਸੀ ਅਤੇ ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਪਾਕਿਸਤਾਨ ਨੇ ਭਾਰਤ ਉੱਪਰ 1965 ਅਤੇ 1971 ਵਿੱਚ ਹਮਲੇ ਕੀਤੇ। 1966 ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਾਸ਼ਕੰਦ ਸਮਝੌਤਾ ਹੋਇਆ। ਤਾਸ਼ਕੰਦ ਰਸ਼ੀਆ ਦਾ ਸ਼ਹਿਰ ਹੈ, ਜਿਸ ਵਿੱਚ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਕੋਸਿਜਨ ਦਾ ਅਹਿਮ ਰੋਲ ਸੀ। ਉਹਨਾਂ ਇਹ ਸਮਝੌਤਾ ਕਰਵਾਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਰਲ ਅਯੂਬ ਖਾਨ ਦੁਆਰਾ ਇੱਥੇ ਦਸਤਖਤ ਕੀਤੇ ਗਏ। ਸ਼ਿਮਲਾ ਸਮਝੌਤਾ 1972 ਵਿੱਚ ਹੋਇਆ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਵਿਚਕਾਰ ਹੋਇਆ। ਇਸ ਵਿੱਚ ਆਪਸੀ ਮਸਲੇ ਦੋਵਾਂ ਦੇਸ਼ਾਂ ਦੇ ਵਿਚਕਾਰ ਹੱਲ ਕਰਨ ਦੀ ਗੱਲ ਕੀਤੀ ਗਈ। ਕਰਤਾਰਪੁਰ ਲਾਂਘਾ 2019 ਵਿੱਚ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੇ ਚੰਗੇ ਸੰਬੰਧ ਬਣਨ ਦੀ ਸੰਭਾਵਨਾ ਹੈ। ਅੱਗੇ ਗੱਲ ਕਰੀਏ ਭਾਰਤ ਚੀਨ ਦੀ। ਭਾਰਤ ਚੀਨ ਦੇ ਬਾਰਡਰ ਨੂੰ ਮੈਕਮੋਹਨ ਲਾਈਨ ਕਿਹਾ ਜਾਂਦਾ ਹੈ। ਭਾਰਤ ਅਤੇ ਚੀਨ ਵਿਚਕਾਰ 29 ਅਪ੍ਰੈਲ 1954 ਨੂੰ ਇੱਕ ਸਮਝੌਤਾ ਕੀਤਾ ਗਿਆ, ਜਿਸ ਨੂੰ ਪੰਚਸ਼ੀਲ ਕਹਿੰਦੇ ਨੇ। ਇੱਕ ਦੂਜੇ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਨਾ, ਇੱਕ ਦੂਜੇ ਉੱਤੇ ਹਮਲਾ ਨਾ ਕਰਨਾ, ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨਾ, ਪਰਸਪਰ ਸਹਿਯੋਗ ਕਰਨਾ ਅਤੇ ਸ਼ਾਂਤਮਈ ਹੋਂਦ ਕਰਨਾ, ਇਹ ਜਿਹੜੇ ਨੇ ਪੰਚਸ਼ੀਲ ਦੇ 5 ਪ੍ਰਮੁੱਖ ਸਿਧਾਂਤ ਨੇ। ਭਾਰਤ ਅਤੇ ਨੇਪਾਲ ਦੇ ਸੰਬੰਧ ਹਮੇਸ਼ਾ ਚੰਗੇ ਰਹੇ ਨੇ। ਹੁਣੇ ਜੇ ਨੇਪਾਲ ਨੇ ਭਾਰਤ ਦੇ 3 ਖੇਤਰ ਨੂੰ ਆਪਣੇ ਮੈਪ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਲਿਪੂਲੇਖ, ਲਿਪਿਆਧਾਰਾ ਅਤੇ ਕਾਲਾ ਪਾਣੀ। ਸੋ ਭਾਰਤ ਨੇਪਾਲ ਤੋਂ ਅਜਿਹੀ ਆਸ ਕਦੇ ਨਹੀਂ ਰੱਖਦਾ। ਸ਼੍ਰੀਲੰਕਾ ਦੀ ਗੱਲ ਕਰੀਏ ਤਾਂ LTTE ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ ਸ਼੍ਰੀਲੰਕਾ ਵਿੱਚ ਤਾਮਿਲਾਂ ਲਈ ਸੁਤੰਤਰ ਰਾਜ ਦੀ ਮੰਗ ਕਰਨ ਵਾਲਾ ਇੱਕ ਖਾੜਕੂ ਸੰਸਥਾ ਸੀ।
ਭਾਰਤ ਬੰਗਲਾਦੇਸ਼ ਸੰਬੰਧ ਕਾਫੀ ਖਿਚਾਅ ਵਾਲੇ ਰਹੇ ਹਨ ਅਤੇ ਇਸ ਦਾ ਮੁੱਖ ਕਾਰਨ ਹੈ ਬੰਗਲਾਦੇਸ਼ ਤੋਂ ਭਾਰਤ ਵਿੱਚ ਗੈਰ ਕਾਨੂੰਨੀ ਆਵਾਸ ਇਮੀਗ੍ਰੈਂਟ ਗੈਰ ਕਾਨੂੰਨੀ ਢੰਗ ਨਾਲ ਭਾਰਤ ਦੇ ਅੰਦਰ ਦਾਖਲ ਹੋ ਜਾਂਦੇ ਨੇ ਅਤੇ ਬੰਗਲਾਦੇਸ਼ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਵੀ ਬਣਦਾ ਜਾ ਰਿਹਾ ਕਿਉਂਕਿ ਉੱਥੇ ਰਹਿ ਕੇ ਕਈ ਸੰਸਥਾਵਾਂ ਜਿਹੜੀਆਂ ਨੇ ਭਾਰਤ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ ਨੇ। ਨੈਕਸਟ ਆਪਾਂ ਗੱਲ ਕਰੀਏ, ਅਗਲਾ ਟੌਪਿਕ ਹੈ ਭਾਰਤ ਦੇ ਰੂਸ ਅਤੇ USA ਨਾਲ ਸੰਬੰਧ। ਭਾਰਤ ਅਤੇ ਅਮਰੀਕਾ ਦੋਵੇਂ ਲੋਕਤੰਤਰੀ ਦੇਸ਼ ਨੇ। ਦੋਵੇਂ ਦੇਸ਼ ਆਤੰਕਵਾਦ ਦੇ ਖਾਤਮੇ ਲਈ ਦ੍ਰਿੜ ਸੰਕਲਪ ਨੇ। ਅਮਰੀਕਾ ਭਾਰਤ ਦੀ ਗੁੱਟ ਨਿਰਲੇਪਤਾ ਦੀ ਨੀਤੀ ਨੂੰ ਚੰਗਾ ਨਹੀਂ ਸਮਝਦਾ। ਭਾਰਤ ਅਮਰੀਕਾ ਦੇ ਸੈਨਿਕ ਸਮਝੌਤੇ ਅਤੇ ਨੈਟੋ ਅਤੇ ਸੀਟੋ ਦਾ ਸਦਾ ਹੀ ਵਿਰੋਧੀ ਰਿਹਾ ਹੈ। 1965 ਅਤੇ 1971 ਦੇ ਭਾਰਤ ਪਾਕਿਸਤਾਨ ਯੁੱਧ ਵਿੱਚ ਅਮਰੀਕਾ ਦਾ ਝੁਕਾਅ ਪਾਕਿਸਤਾਨ ਵੱਲ ਸੀ। 2 ਅਕਤੂਬਰ 2008 ਨੂੰ ਇੱਕ ਬਿੱਲ ਪਾਸ ਕਰਕੇ ਅਮਰੀਕਾ ਦੁਆਰਾ ਅਸੈਨਿਕ ਖੇਤਰ ਵਿੱਚ ਭਾਰਤ ਨਾਲ ਪਰਮਾਣੂ ਸਹਿਯੋਗ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਸਮਝੌਤੇ ਨਾਲ ਪਰਮਾਣੂ ਰਿਐਕਟਰਾਂ ਨੂੰ ਬਾਲਣ ਪ੍ਰਦਾਨ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਗੱਲ ਕਰੀਏ ਰਸ਼ੀਆ ਦੀ। ਰੂਸ ਦੇ ਸਬੰਧ ਭਾਰਤ ਨਾਲ ਹਮੇਸ਼ਾ ਤੋਂ ਮਿੱਤਰਤਾ ਵਾਲੇ ਰਹੇ ਹਨ। ਰੂਸ ਨੇ ਸੰਯੁਕਤ ਰਾਸ਼ਟਰ ਸੰਘ ਵਿੱਚ ਵੀ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੇ ਹੱਕ ਵਿੱਚ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ। ਇਸੇ ਕਰਕੇ ਰੂਸ ਯੂਕਰੇਨ ਯੁੱਧ ਵਿੱਚ ਭਾਰਤ ਨੇ ਦਖਲਅੰਦਾਜ਼ੀ ਨਹੀਂ ਕੀਤੀ, ਨਾ ਹੀ ਉਸ ਦਾ ਯਾਨੀ ਰੂਸ ਦਾ ਵਿਰੋਧ ਕੀਤਾ ਹੈ। ਲਾਸਟ ਟੌਪਿਕ ਹੈ ਜੀ ਇਹਦੇ 'ਚ ਸੰਸਾਰ ਦੇ ਪ੍ਰਮੁੱਖ ਮੁੱਦਿਆਂ 'ਤੇ ਭਾਰਤ ਦਾ ਦ੍ਰਿਸ਼ਟੀਕੋਣ। ਸੰਯੁਕਤ ਰਾਸ਼ਟਰ ਸੰਘ ਦੁਆਰਾ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਮਹਾਸਭਾ ਵਿੱਚ 10 ਦਸੰਬਰ 1948 ਨੂੰ ਕੀਤੀ ਗਈ। ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। ਭਾਰਤ ਨੇ ਸਾਰੇ ਮਨੁੱਖੀ ਅਧਿਕਾਰ ਆਪਣੇ ਮੌਲਿਕ ਅਧਿਕਾਰਾਂ ਵਿੱਚ ਪ੍ਰਦਾਨ ਕੀਤੇ ਹੋਏ ਨੇ। 18 ਦਸੰਬਰ 1993 ਨੂੰ ਭਾਰਤ ਨੇ ਮਨੁੱਖੀ ਅਧਿਕਾਰ ਆਯੋਗ ਦੀ ਸਥਾਪਨਾ ਕੀਤੀ ਸੀ। ਆਯੋਗ ਦਾ ਮੁੱਖ ਕੰਮ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ 'ਤੇ ਜਾਂਚ ਪੜਤਾਲ ਕਰਨਾ ਹੈ। ਮਨੁੱਖੀ ਅਧਿਕਾਰਾਂ ਦੇ ਵਿਕਾਸ ਲਈ ਨਵੇਂ ਪ੍ਰੋਗਰਾਮ ਬਣਾਉਣਾ ਹੈ। ਨਿਸ਼ਸਤਰੀਕਰਨ ਦਾ ਅਰਥ ਹੈ ਮਨੁੱਖਤਾ ਦਾ ਨਾਸ਼ ਕਰਨ ਵਾਲੇ ਹਥਿਆਰ, ਪਰਮਾਣੂ ਬੰਬ, ਹਾਈਡਰੋਜਨ ਬੰਬ, ਨਾਈਟ੍ਰੋਜਨ ਬੰਬ, ਰਸਾਇਣਿਕ ਹਥਿਆਰ ਦੇ ਉਤਪਾਦਨ 'ਤੇ ਪਾਬੰਦੀ ਲਾਉਣਾ ਹੈ। ਭਾਰਤ ਨੇ CTBT 'ਤੇ ਦਸਤਖਤ ਇਸ ਲਈ ਨਹੀਂ ਕੀਤੇ ਕਿਉਂਕਿ ਇਹ ਪੱਖਪਾਤੀ ਸਮਝੌਤਾ ਹੈ ਅਤੇ ਸਾਰੇ ਸੰਸਾਰ ਸਮਝੌਤਾ ਹੈ। ਸਾਰੇ ਸੰਸਾਰ ਨੂੰ ਵਿਸ਼ਵ ਮੰਡੀ ਬਣਾ ਦੇਣਾ ਹੀ ਵਿਸ਼ਵੀਕਰਨ ਹੈ। ਭਾਰਤ ਨੇ ਵਿਸ਼ਵੀਕਰਨ ਦੇ ਹੱਕ ਵਿੱਚ ਲਾਇਸੈਂਸ ਪ੍ਰਣਾਲੀ ਦਾ ਖਾਤਮਾ ਕੀਤਾ ਅਤੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹ ਪ੍ਰਦਾਨ ਕੀਤੀ ਹੈ। ਵਿਸ਼ਵੀਕਰਨ ਨਾਲ ਵਿਦੇਸ਼ੀ ਪੂੰਜੀ ਨਿਵੇਸ਼ ਹੋਇਆ ਜਿਸ ਵਿੱਚ ਵੱਡਾ ਵਾਧਾ ਹੋਇਆ। ਵਿਸ਼ਵੀਕਰਨ ਨਾਲ ਭਾਰਤ ਵਿੱਚ ਨਿੱਜੀਕਰਨ ਨੂੰ ਲਾਭ ਪਹੁੰਚਿਆ ਅਤੇ ਸਰਵਜਨਕ ਖੇਤਰ ਨੂੰ ਨੁਕਸਾਨ ਹੋਇਆ। ਵਿਸ਼ਵੀਕਰਨ ਨਾਲ ਛੋਟੇ ਅਤੇ ਘਰੇਲੂ ਉਦਯੋਗ ਖਤਮ ਹੋਣ ਕਿਨਾਰੇ ਆ ਗਏ ਹਨ। WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਿਸ਼ਵ ਵਪਾਰ ਸੰਗਠਨ ਦਾ ਨਿਰਮਾਣ 1 ਜਨਵਰੀ 1995 ਨੂੰ ਕੀਤਾ ਗਿਆ ਸੀ। 160 ਦੇਸ਼ਾਂ ਵਿੱਚ ਇਸ ਦੇ ਮੈਂਬਰ ਹਨ। ਇਸ ਨਾਲ ਅੰਤਰਰਾਸ਼ਟਰੀ ਵਪਾਰ ਨੂੰ ਖੁੱਲ੍ਹ ਮਿਲੀ ਹੈ। ਸੋ ਪਿਆਰੇ ਵਿਦਿਆਰਥੀਓ, ਆਲ ਦਾ ਬੈਸਟ। ਇਹ ਜਰਨਲ ਓਵਰਵਿਊ ਸੀ ਸਾਰੇ ਲੈਸਨਜ਼ ਦਾ ਅਤੇ ਮੈਂ ਕੋਸ਼ਿਸ਼ ਕੀਤੀ ਹੈ ਬਈ ਤੁਹਾਨੂੰ ਸਾਰੇ ਲੈਸਨਾਂ ਨੂੰ ਇੱਕ ਵਾਰ ਛੋਟਾ ਰਿਮਾਈਂਡ ਜ਼ਰੂਰ ਕਰਾਇਆ ਜਾਏ। ਫਿਰ ਵੀ ਤੁਸੀਂ ਜੋ ਸਾਰਾ ਸਾਲ ਪੜ੍ਹਦੇ ਰਹੇ ਹੋ ਉਹ ਤੁਹਾਡੇ ਜ਼ਿਆਦਾ ਕੰਮ ਆਏਗਾ। ਇਹ ਜਰਨਲ ਰੀਡਿੰਗ ਹੈ, ਇਸ ਨੂੰ ਵੀ ਜ਼ਰੂਰ ਤੁਸੀਂ ਸੁਣ ਲਓ, ਪੜ੍ਹ ਲਓ ਅਤੇ ਤੁਹਾਡੇ ਲਈ ਚੰਗਾ ਰਹੇਗਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਅਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਮੇਰੇ 2 ਨੇ, ਕੈਰੀਅਰ ਗੁਰੂ AK ਅਤੇ ਕੌਨਸੈਪਟ ਗੁਰੂ AK, ਦੋਵੇਂ ਸਟੂਡੈਂਟਸ ਦੇ ਲਾਭਦਾਇਕ ਨੇ। ਜ਼ਰੂਰ ਸਬਸਕ੍ਰਾਈਬ ਕਰਾਉਣਾ। ਥੈਂਕ ਯੂ ਵੈਰੀ ਮੱਚ। ਆਲ ਦਾ ਬੈਸਟ।